ਹਾਂਜੀ ਪਿਆਰੇ ਦੋਸਤੋ, ਤੁਹਾਡਾ ਸਭ ਦਾ ਫਿਲਾਸਫਰ ਸਟੋਨ ਦੇ ਇਸ ਸੈਸ਼ਨ ਦੇ ਵਿੱਚ ਸਵਾਗਤ ਹੈ। ਆਸ ਹੈ ਤੁਸੀਂ ਪਿਛਲੀ ਵੀਡੀਓ ਅਹਿਮਦੀਆਂ ਦੇ ਬਾਰੇ ਜੋ ਉਹਨਾਂ ਦੇ ਵਿਚਾਰ ਨੇ ਗੁਰੂ ਨਾਨਕ ਸਾਹਿਬ ਬਾਰੇ, ਉਹਦੇ ਉੱਤੇ ਮੇਰੀਆਂ ਟਿੱਪਣੀਆਂ ਸੁਣੀਆਂ ਹੋਣਗੀਆਂ। ਅੱਜ ਉਸ ਦਾ ਦੂਜਾ ਹਿੱਸਾ ਸ਼ੁਰੂ ਕਰਦੇ ਹਾਂ। ਦੇਖੋ, ਗੱਲ ਇਸ ਤਰ੍ਹਾਂ ਕਿ ਗੁਰੂ ਨਾਨਕ ਸਾਹਿਬ ਬਾਰੇ ਜੋ ਅਹਿਮਦੀਆਂ ਦੇ ਸਾਹਿਤ ਵਿੱਚ ਲਿਖਿਆ ਗਿਆ, ਮੈਂ ਕੱਲ ਵੀ ਦੱਸਿਆ ਸੀ ਕਿ ਉਸ ਨੂੰ ਪਹਿਲੀ ਨਜ਼ਰ ਵਿੱਚ ਪੜ੍ਹ ਕੇ ਤੇ ਸਾਡੇ ਕਈ ਸਿੱਖ ਭਰਾ ਜਿਹੜੇ ਨੇ ਉਹ ਬੜੇ ਮੁਤਾਸਰ ਹੁੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੀ ਇਹ ਬਹੁਤ ਇੱਜ਼ਤ ਕਰਦੇ ਨੇ। ਪਰੰਤੂ ਇਹ ਇੱਜ਼ਤ ਉਹ ਇਸ ਸ਼ਰਤ ਤੇ ਕਰਦੇ ਨੇ ਕਿ ਗੁਰੂ ਨਾਨਕ ਨੂੰ ਉਹ ਇੱਕ ਮੁਸਲਮਾਨ ਫਕੀਰ ਜਾਂ ਪੀਰ ਸਮਝਦੇ ਨੇ। ਜੇ ਉਹ ਮੁਸਲਮਾਨ ਹੈ ਤਾਂ ਉਹ ਉਹਨਾਂ ਦਾ ਆਪਣਾ ਹੈ, ਪਰੰਤੂ ਜਿਹੜਾ ਗੁਰੂ ਨਾਨਕ ਸਿੱਖਾਂ ਦਾ ਨਾਨਕ ਹੈ ਉਹਨੂੰ ਸ਼ਾਇਦ ਉਹ ਤਸਲੀਮ ਨਹੀਂ ਕਰਦੇ। ਜਿਹਨੇ ਸਿੱਖ ਪੰਥ ਚਲਾਇਆ, ਸਿੱਖ ਧਰਮ ਚਲਾਇਆ, ਉਹ ਉਸ ਨਾਨਕ ਨੂੰ ਬਿਲਕੁਲ ਐਕਸੈਪਟ ਨਹੀਂ ਕਰਦੇ। ਉਹਨਾਂ ਦਾ ਤਾਂ ਖਿਆਲ ਹੈ ਕਿ ਉਹ ਇੱਕ ਮੁਸਲਮਾਨ ਸੀ ਤੇ ਉਹ ਇਸਲਾਮ ਦਾ ਸੱਚਾ ਆਸ਼ਿਕ ਸੀ। ਤੋ ਇਹ ਜਿਹੜਾ ਸਿਲਸਿਲਾ ਹੈ, ਉਹਨਾਂ ਦੀ ਇੱਕ ਹੋਰ ਕਿਤਾਬ ਹੈ ਜਿਹਦੇ ਵਿੱਚ ਉਹਨਾਂ ਨੇ ਚੁੱਪ ਚਪੀਤੇ ਇਸ ਤਰ੍ਹਾਂ ਦੀਆਂ ਕਈ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹ ਕਿਤਾਬ ਹੈ 94 ਫੁੱਲ। 94 ਫੁੱਲ ਕਿਤਾਬ ਪੰਜਾਬੀ ਦੇ ਵਿੱਚ ਛਪੀ ਹੋਈ ਹੈ ਔਰ ਇਹਦੇ ਉੱਤੇ ਲੇਖਕ ਦਾ ਨਾਮ ਦਰਜ ਨਹੀਂ ਹੈ। ਇਹ ਕਿਤਾਬ ਇਸ ਵੇਲੇ ਮੇਰੇ ਕੋਲ ਨਹੀਂ ਹੈ, ਪਰੰਤੂ ਮੈਂ ਇਹ ਕਿਤਾਬ ਬਹੁਤ ਸਾਲ ਤੋਂ ਜਾਣਦਾ ਕਿ ਜਮਾਤ ਅਹਿਮਦੀ ਨੇ ਇਸ ਬੇਸ ਤੇ ਛਾਪੀ ਸੀ ਕਿ ਇਹ ਪਿਆਰ ਮੁਹੱਬਤ ਜਿਹੜੀ ਸਿੱਖਾਂ ਤੇ ਮੁਸਲਮਾਨਾਂ ਦੇ ਵਿੱਚ ਜਿਹੜੀ ਹੈ ਸਥਾਪਿਤ ਕਰੇਗੀ। ਤੇ ਇਹਦੇ ਵਿੱਚ ਉਹਨਾਂ ਨੇ ਇੱਕ ਜਿਹੜਾ ਨੁਕਤਾ ਲਿਆ ਸੀ ਉਹ ਇਹ ਲਿਆ ਸੀ ਕਿ ਗੁਰੂ ਨਾਨਕ ਸਾਹਿਬ ਦਾ ਗੁਰੂ ਜਿਹੜਾ ਸੀ ਉਹ ਕੋਈ ਮੁਰਾਦ ਨਾਮ ਦਾ ਫਕੀਰ ਸੀ, ਮੁਸਲਮਾਨ ਫਕੀਰ। ਮੁਰਾਦ ਜਿਵੇਂ ਕਿ ਨਾਮ ਤੋਂ ਆਮ ਤੌਰ ਤੇ ਸਾਨੂੰ ਲੱਗਦਾ ਹੈ ਕਿ ਉਹ ਮੁਸਲਮਾਨ ਫਕੀਰ ਹੋਏਗਾ। ਔਰ ਇਹ ਫਕੀਰ ਜਿਹੜਾ ਹੈ ਇਹ ਕਿੱਥੇ ਰਹਿੰਦਾ ਸੀ? ਇਹ ਫਕੀਰ ਇਰਾਕ ਦੇ ਵਿੱਚ ਰਹਿੰਦਾ ਸੀ, ਬਗਦਾਦ ਦੇ ਵਿੱਚ। ਔਰ ਜੇ ਅਹਿਮਦੀਆਂ ਦੀ ਮੰਨੀਏ ਤਾਂ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਇਸ ਫਕੀਰ ਨੂੰ ਮਿਲੇ ਸਨ। ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਜਨਮ ਸਾਖੀ ਦੇ ਵਿੱਚ ਇਹ ਜਿਹੜੀ ਮੁਰਾਦ ਵਾਲੀ ਗੱਲ ਹੈ, ਫਕੀਰ ਜਿਹੜਾ ਜਿਹਨੂੰ ਉਹਨਾਂ ਨੇ ਗੁਰੂ ਨਾਨਕ ਦਾ ਗੁਰੂ ਦੱਸਿਆ, ਉਹਦਾ ਜ਼ਿਕਰ ਕਿਸੇ ਵੀ ਸਿੱਖ ਸਰੋਤ ਦੇ ਵਿੱਚ ਮਿਲਦਾ ਹੈ। ਪਰੰਤੂ ਅਹਿਮਦੀਆਂ ਨੇ ਇਹ ਗੱਲ ਬਣਾ ਕੇ ਤੇ ਜਿਹੜੀ ਹੈ 94 ਫੁੱਲ ਵਿੱਚ ਰੱਖੀ ਹੋਈ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਤਾਬ ਇਸ ਵੇਲੇ ਸਰਕੂਲੇਸ਼ਨ ਦੇ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ, ਕਿਉਂਕਿ ਮੈਂ ਕਾਫੀ ਦੇਰ ਤੋਂ ਹੁਣ ਕਾਦੀਆਂ ਮੇਰਾ ਜਾਣ ਨਹੀਂ ਹੈ। ਤੇ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਇਸ ਗੱਲ ਮੜਕੜੇ ਜੇ ਲਿਖ ਦਿੱਤੀ ਸੀ ਕਿ ਗੁਰੂ ਨਾਨਕ ਦਾ ਗੁਰੂ ਜਿਹੜਾ ਸੀ ਉਹ ਮੁਰਾਦ ਨਾਮ ਦਾ ਮੁਸਲਮਾਨ ਸੀ। ਇਹੀ ਗੱਲ ਜਿਹੜੀ ਹੈ ਉਹਨਾਂ ਤੋਂ ਸਿੱਖ ਕੇ ਰਾਧਾ ਸੁਆਮੀ ਸਤਸੰਗ ਬਿਆਸ ਨੇ ਵੀ ਇੱਕ ਕਿਤਾਬ ਬਾਅਦ ਵਿੱਚ ਛਾਪੀ ਜਿਹਦਾ ਨਾਮ ਗੁਰੂ ਨਾਨਕ ਜੀਵਨ ਅਤੇ ਰਚਨਾ ਸ਼ਾਇਦ ਹੈ, ਕੁਝ ਇਸ ਤਰ੍ਹਾਂ ਦਾ ਨਾਮ ਹੈ, ਰਾਧਾ ਸੁਆਮੀ ਸਤਸੰਗ ਬਿਆਸ। ਉਹਨਾਂ ਨੇ ਵੀ ਉਹਦੇ ਵਿੱਚ ਡਿਸਕਸ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਗੁਰੂ ਦੇ ਤੌਰ ਤੇ 2-3 ਬੰਦਿਆਂ ਦੇ ਨਾਮ ਜਿਹੜੇ ਨੇ ਉਹਨਾਂ ਨੇ ਵਿਚਾਰ ਕੀਤੇ ਕਿ ਇਹ ਗੁਰੂ ਹੋ ਸਕਦੇ ਨੇ। ਔਰ ਉਹਨਾਂ ਨੇ ਵੀ ਮੁਰਾਦ ਦਾ ਜ਼ਿਕਰ ਆਪਣੀ ਕਿਤਾਬ ਵਿੱਚ ਕੀਤਾ ਕਿ ਸੰਭਵ ਹੈ ਕਿ ਸ਼ਾਇਦ ਮੁਰਾਦ ਹੀ ਉਹਨਾਂ ਦਾ ਗੁਰੂ ਸੀ।
ਹੁਣ ਇਹ ਮੁਰਾਦ ਕਿੱਥੋਂ ਆ ਗਿਆ? ਹੁਣ ਜਨਮ ਸਾਖੀ ਦੀਆਂ ਰਵਾਇਤਾਂ ਮੁਤਾਬਕ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਗਏ, ਮੱਕੇ ਤੋਂ ਬਾਅਦ, ਮੱਕੇ ਮਦੀਨੇ ਦੀ ਜ਼ਿਆਰਤ ਤੋਂ ਬਾਅਦ ਉਹ ਉੱਥੇ ਪਹੁੰਚੇ ਨੇ, ਤੇ ਉੱਥੇ ਜਿਹੜੇ ਨੇ ਉਹਨਾਂ ਨੇ ਜਾ ਕੇ ਨਾਅਰਾ ਲਾਇਆ, ਗੁਰਬਰ ਅਕਾਲ, ਸਤਿ ਸ੍ਰੀ ਅਕਾਲ। ਜਦੋਂ ਇਹ ਨਾਅਰਾ ਲਾਇਆ ਤੇ ਉੱਥੋਂ ਦੇ ਜਿਹੜੇ ਮੁਸਲਮਾਨ ਲੋਕ ਸਨ ਉਹ ਇਕੱਠੇ ਹੋ ਗਏ, ਤੇ ਉਹਨਾਂ ਨੇ ਇਤਰਾਜ਼ ਕੀਤਾ ਕਿ ਇੱਕ ਹਿੰਦੁਸਤਾਨ ਦਾ ਫਕੀਰ ਆ ਕੇ, ਕਾਫਰ, ਇਹ ਗੈਰ ਇਸਲਾਮੀ ਨਾਅਰਾ ਲਾ ਰਿਹਾ ਇੱਥੇ। ਤਾਂ ਗੁਰੂ ਸਾਹਿਬ ਨੂੰ ਉਹ ਮਾਰਨ ਵੀ ਪਏ, ਪਰ ਗੁਰੂ ਸਾਹਿਬ ਦਾ ਜਨਮ ਸਾਖੀ ਮੁਤਾਬਕ ਮੈਂ ਗੱਲ ਕਰ ਰਿਹਾ, ਨੂਰਾਨੀ ਚਿਹਰਾ ਵੇਖ ਕੇ ਤੇ ਉਹਨਾਂ ਦੇ ਜਿਹੜੇ ਪੱਥਰ ਨੇ ਉਹ ਚੱਲ ਨਹੀਂ ਸਕੇ। ਇਸ ਤਰ੍ਹਾਂ ਦੀ ਗੱਲਬਾਤ ਜਨਮ ਸਾਖੀਆਂ ਵਾਲੇ ਕਰਦੇ ਨੇ। ਫਿਰ ਉਹਨਾਂ ਨੇ ਇੱਕ ਲਿਖਤ ਜਿਹੜੀ ਹੈ ਉਹਦਾ ਹਵਾਲਾ ਦਿੱਤਾ ਹੈ ਕਿ ਉੱਥੇ ਬਗਦਾਦ ਸ਼ਹਿਰ ਦੇ ਬਾਹਰ-ਬਾਹਰ ਇੱਕ ਕੰਧ ਦੇ ਉੱਤੇ ਕੁਝ ਅੱਖਰ ਚਿੱਤਰੇ ਹੋਏ ਨੇ। ਉਹ ਅੱਖਰ ਜਿਹੜੇ ਚਿੱਤਰੇ ਹੋਏ ਨੇ, ਉਹਨੂੰ ਮੈਂ ਆਪਣੀ ਕਿਤਾਬ ਸੰਜੀਵਨੀ ਸਦਾ ਵਾਸਤੇ ਜਿਹੜੀ ਹੈ ਇਹਦੇ ਵਿੱਚ ਉਹ ਅੱਖਰ ਜਿਹੜੇ ਲਿਖੇ ਹੋਏ ਨੇ ਉਹ ਮੈਂ ਇੱਥੇ ਫੋਟੋਕਾਪੀ ਵੀ ਉਹਦੀ ਦਿੱਤੀ ਹੈ। ਇਹ ਕੰਧ ਦੇ ਵਿੱਚ ਜਿਹੜੇ ਨੇ ਉਕਰੇ ਹੋਏ ਅੱਖਰ ਨੇ, ਜਿਹੜੇ ਬਗਦਾਦ ਦੇ ਬਾਹਰ-ਬਾਹਰ ਇੱਕ ਥੜਾ ਸੀ, ਜਿਹੜਾ ਕਿ ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਉਹ ਥੜੇ ਦੇ ਉੱਤੇ ਬੈਠੇ ਸੀ ਜਾ ਕੇ, ਤੇ ਇਹ ਉਦੋਂ ਦੀ ਲਿਖਤ ਦੱਸੀ ਜਾਂਦੀ ਹੈ। ਔਰ ਇਹ ਜਿਹੜੀ ਲਿਖਤ ਹੈ ਲਗਭਗ 1520 ਦੇ ਵਿੱਚ ਉਕਰੀ, ਜਿਹੜਾ ਕਿ ਲਗਭਗ ਟਾਈਮ, ਜੇ ਜਨਮ ਸਾਖੀਆਂ ਦੀ ਗੱਲ ਮੰਨੀਏ ਤਾਂ ਇਹ ਉਹੀ ਟਾਈਮ ਹੈ ਜਿਹੜਾ ਗੁਰੂ ਨਾਨਕ ਸਾਹਿਬ ਬਗਦਾਦ ਦੇ ਵਿੱਚ ਗਏ ਸਨ। ਹੁਣ ਮੈਂ ਇਹਦੇ ਉੱਤੇ ਗੱਲ ਕਰਦਾ ਕਿ ਜਿਹੜੀ ਇਹ ਲਿਖਤ ਹੈ, ਇਹ ਵਾਲੀ, ਮੈਂ ਇਹਨਾਂ ਭਾਸ਼ਾਵਾਂ ਦਾ ਜਾਣੂ ਨਹੀਂ ਹਾਂ। ਕੁਝ ਲੋਕਾਂ ਦਾ ਖਿਆਲ ਹੈ ਕਿ ਇਹ ਅਰਬੀ ਦੇ ਵਿੱਚ ਲਿਖੀ ਹੋਈ ਹੈ, ਕੁਝ ਲੋਕਾਂ ਨੇ ਕਿਹਾ ਕਿ ਨਹੀਂ, ਇਹ ਅਰਬੀ ਤੇ ਤੁਰਕੀ ਭਾਸ਼ਾ ਦਾ ਮਿਸ਼ਰਣ ਹੈ। ਮੈਂ ਐਕਸਪਰਟ ਨਹੀਂ ਹਾਂ, ਮੈਂ ਪਹਿਲਾਂ ਹੀ ਇਹ ਗੱਲ ਦੱਸ ਰਿਹਾ। ਹੁਣ ਇਹ ਜਿਹੜੀ ਲਿਖਤ ਹੈ ਇਸ ਵੇਲੇ ਮੌਜੂਦ ਨਹੀਂ ਹੈ। 2018 ਦੇ ਇੱਕ ਦਹਿਸ਼ਤਗਰਦੀ ਹਮਲੇ ਦੇ ਵਿੱਚ ਇਹ ਜਿਹੜੀ ਜਗ੍ਹਾ ਸੀ ਇਹ ਉੱਥੇ ਨੁਕਸਾਨੀ ਜਾ ਚੁੱਕੀ ਹੈ। ਤੁਹਾਨੂੰ ਪਤਾ ਉੱਥੇ ISIS ਦਾ ਜਿਹੜਾ ਜ਼ੋਰ ਹੈ ਉੱਥੇ ਅੱਜ ਕੱਲ੍ਹ, ਤੇ ਉਹਨਾਂ ਦੇ ਇੱਕ ਹਮਲੇ ਦੇ ਵਿੱਚ ਇਹ ਜਗ੍ਹਾ ਨੁਕਸਾਨੀ ਗਈ, ਤੇ ਇਹ ਜਿਹੜੀ ਲਿਖਤ ਹੈ ਇਹ ਹੁਣ ਮੌਜੂਦ ਨਹੀਂ ਹੈ, ਪਰ 1918 ਤੱਕ ਇਹ ਲਿਖਤ ਉੱਥੇ ਮੌਜੂਦ ਸੀ। ਹੁਣ ਗੱਲ ਇਹ ਹੈ ਕਿ ਇਹ ਜਿਹੜੀ ਲਿਖਤ ਹੈ ਇਹਦੇ ਉੱਤੇ ਲਿਖਿਆ ਕੀ ਹੋਇਆ ਹੈ। ਇਹਦੇ ਉੱਤੇ ਜੋ ਲਿਖਿਆ ਹੋਇਆ ਹੈ ਉਹਦੇ ਟਰਾਂਸਲੇਸ਼ਨ ਕਿਸੇ ਇੰਡੀਪੈਂਡੈਂਟ ਅਥਾਰਟੀ ਵੱਲੋਂ ਕੀਤੇ ਮੈਨੂੰ ਨਹੀਂ ਮਿਲੇ। ਜਾਂ ਤੇ ਅਹਿਮਦੀਆਂ ਨੇ ਜਿਹੜੇ ਇਹਦੇ ਕੀਤੇ ਨੇ ਅਨੁਵਾਦ, ਉਹ ਸ਼ਬਦ ਸਾਡੇ ਸਾਹਮਣੇ ਆਉਂਦੇ ਨੇ, ਤੇ ਜਾਂ ਜਿਹੜੇ ਸਿੱਖ ਵਿਦਵਾਨਾਂ ਨੇ ਜਿਹੜੇ ਇਹਦੇ ਅਰਥ ਕੀਤੇ ਨੇ ਉਹ ਮੇਰੇ ਸਾਹਮਣੇ ਆਉਂਦੇ ਨੇ। ਦੇਖੋ, ਇਹ ਜਿਹੜੀਆਂ ਭਾਸ਼ਾਵਾਂ ਨੇ ਕਲਾਸੀਕਲ ਲੈਂਗੁਏਜ, ਈਵਨ ਕਿ ਪਰਸ਼ੀਅਨ ਵੀ ਜਿਹਦੇ ਵਿੱਚ ਆ ਜਾਂਦੀ ਹੈ, ਅਰਬੀ ਤੇ ਤੁਰਕੀ ਵਗੈਰਾ ਜਿਹੜੀਆਂ ਨੇ, ਇਹ ਅੱਜ ਦੀ ਪੀੜ੍ਹੀ ਜਿਹੜੀ ਸਾਡੀ ਸਿੱਖਾਂ ਦੀ ਪੀੜ੍ਹੀ ਹੈ ਇਹਦੇ ਵਿੱਚ ਪੜ੍ਹਨ ਵਾਲੇ, ਜਾਣਨ ਵਾਲੇ ਲਗਭਗ ਖਤਮ ਹੋ ਚੁੱਕੇ ਨੇ। ਈਵਨ ਕਿ ਉਰਦੂ ਜਾਣਨ ਵਾਲੇ ਵੀ ਸਾਡੇ ਵਿੱਚ ਬਹੁਤ, ਸਿਰਫ ਬਜ਼ੁਰਗ ਨੇ ਕੁਛ ਜਿਹੜੇ ਬਚੇ ਹੋਏ ਨੇ, ਜਿਨ੍ਹਾਂ ਦੀ ਉਮਰ ਇਸ ਵੇਲੇ 70 ਸਾਲ 80 ਸਾਲ ਹੈ, ਉਹ ਬਜ਼ੁਰਗ ਹੀ ਜਿਹੜੇ ਨੇ ਚੰਗੀ ਤਰ੍ਹਾਂ ਉਰਦੂ ਪੜ੍ਹ ਸਕਦੇ ਨੇ। ਮੈਂ ਵੀ ਉਰਦੂ ਦਾ ਡਿਪਲੋਮਾ ਕੀਤਾ ਸੀ, ਪਰ ਮੈਂ ਉਰਦੂ ਦੇ ਉੱਤੇ ਕੋਈ ਕੰਫਰਟੇਬਲ ਨਹੀਂ ਹਾਂ। ਜੇਕਰ ਕੋਈ ਉਰਦੂ ਦੀ ਕਿਤਾਬ ਮੈਨੂੰ ਤੁਸੀਂ ਦਵੋ ਤੇ ਮੈਂ ਕੰਫਰਟੇਬਲੀ ਉਹਨੂੰ ਈਜ਼ੀਲੀ ਨਹੀਂ ਪੜ੍ਹ ਸਕਦਾ। ਤੋ ਅੱਜ ਦੀ ਜਿਹੜੀ ਇਹ ਪੀੜ੍ਹੀ ਆ ਸਾਡੀ ਹਿੰਦੁਸਤਾਨ ਦੇ ਵਿੱਚ, ਸਿੱਖਾਂ ਦੀ ਪੀੜ੍ਹੀ,
ਇਹਨੂੰ ਮਤਲਬ ਅਰਬੀ ਫਾਰਸੀ ਦਾ ਤੇ ਫਿਰ ਕਿੱਥੋਂ ਗਿਆਨ ਹੋਣਾ ਸੀ। ਤੇ ਮੈਨੂੰ ਬਿਲਕੁਲ ਨਹੀਂ ਪਤਾ ਕਿ ਇਹ ਲਿਖਤ ਅਰਬੀ ਦੇ ਵਿੱਚ ਹੈ, ਆਇਆ ਇਹ ਤੁਰਕੀ ਦੇ ਵਿੱਚ ਹੈ, ਪਰ ਇਹ ਸ਼ਬਦ ਜਿਹੜੇ ਨੇ ਉੱਥੇ ਇਹ ਗੱਲ ਪੱਕੀ ਹੈ ਕਿ 1918 ਤੱਕ ਲਿਖੇ ਹੋਏ ਸੀ। ਬਗਦਾਦ ਦੇ ਬਾਹਰ ਇੱਕ ਥੜਾ ਸੀ, ਔਰ ਉਹ ਥੜੇ ਨੂੰ ਸਿੱਖ ਵਿਦਵਾਨਾਂ ਨੇ ਗੁਰੂ ਨਾਨਕ ਸਾਹਿਬ ਦੀ ਯਾਦਗਾਰ ਮੰਨਿਆ ਕਿ ਗੁਰੂ ਨਾਨਕ ਸਾਹਿਬ ਜਦੋਂ ਉੱਥੇ ਗਏ ਸਨ ਤੇ ਉਹਨਾਂ ਦੀ ਯਾਦ ਵਿੱਚ ਇੱਕ ਬਹਿਲੋਲ ਨਾਮ ਦਾ ਉੱਥੇ ਫਕੀਰ ਸੀ ਜਿਹੜਾ ਗੁਰੂ ਨਾਨਕ ਸਾਹਿਬ ਨੂੰ ਉੱਥੇ ਮਿਲਿਆ ਸੀ, ਔਰ ਉਹਨੇ 7 ਪੀਰਾਂ ਦੀ ਮਦਦ ਦੇ ਨਾਲ ਗੁਰੂ ਨਾਨਕ ਸਾਹਿਬ ਦੀ ਇਹ ਯਾਦਗਾਰ ਉੱਥੇ ਬਣਾਈ ਸੀ। ਪਰੰਤੂ ਜਿਹੜੇ ਅਹਿਮਦੀ ਮੁਸਲਮਾਨ ਨੇ, ਇਹਦੇ ਵਿੱਚੋਂ ਇੱਕ ਸ਼ਬਦ ਹੈ ਮੁਰਾਦ, ਕਿਤੇ ਲਿਖਿਆ ਹੋਇਆ, ਮੈਨੂੰ ਨਹੀਂ ਪਤਾ ਕਿੱਥੇ ਲਿਖਿਆ ਹੋਇਆ, ਪਰ ਇਹ ਲਿਖਤ ਦੇ ਵਿੱਚ ਇੱਕ ਮੁਰਾਦ ਨਾਮ ਦਾ ਸ਼ਬਦ ਹੈ। ਉਹਨੂੰ ਬੇਸ ਬਣਾ ਕੇ ਇਹਨਾਂ ਨੇ ਜਿਹੜੀ ਟਰਾਂਸਲੇਸ਼ਨ ਕੀਤੀ ਸੀ ਉਹ ਇਹ ਕੀਤੀ ਸੀ ਕਿ ਮੁਰਾਦ ਗੁਰੂ ਹੈ ਗੁਰੂ ਨਾਨਕ ਦਾ, ਜਿਹਨੂੰ ਉੱਥੇ ਜਾ ਕੇ ਮਿਲੇ ਸਨ। ਪਰੰਤੂ ਜਿਹੜੇ ਸਿੱਖ ਵਿਦਵਾਨ ਨੇ ਉਹ ਕਹਿੰਦੇ ਨੇ ਕਿ ਨਹੀਂ, ਮੁਰਾਦ ਜਿਹੜਾ ਸ਼ਬਦ ਇੱਥੇ ਆਇਆ ਹੈ ਉਹਦਾ ਮਤਲਬ ਹੈ ਰੱਬ ਦੀ ਇੱਛਾ, ਕਿ ਗੁਰੂ ਨਾਨਕ ਨੂੰ ਕਿਹਾ ਗਿਆ ਸੀ ਕਿ ਇਹ ਰੱਬ ਦੀ ਇੱਛਾ ਹੈਗੀ ਹੈ। ਮੈਨੂੰ ਨਹੀਂ ਪਤਾ ਕਿ ਸਿੱਖਾਂ ਦੇ ਵਿਦਵਾਨਾਂ ਨੇ ਜਿਹੜੀ ਇਹਦੀ ਟਰਾਂਸਲੇਸ਼ਨ ਕੀਤੀ ਹੈ ਉਹ ਸਹੀ ਹੈ, ਜਾਂ ਜਿਹੜੀ ਮੁਸਲਮਾਨਾਂ ਅਹਿਮਦੀਆਂ ਨੇ ਜਿਹੜੀ ਇਹਦੀ ਟਰਾਂਸਲੇਸ਼ਨ ਕੀਤੀ ਹੈ ਉਹ ਸਹੀ ਹੈ। ਇਹ ਤਾਂ ਮੈਂ ਵੀ ਕਦੀ ਜ਼ਿੰਦਗੀ 'ਚ ਕੋਸ਼ਿਸ਼ ਕਰਾਂਗਾ, ਜੇ ਮੈਨੂੰ ਕਦੀ ਮੌਕਾ ਮਿਲਿਆ ਤੇ ਮੈਂ ਇਹ ਜਿਹੜੀ ਕਿਸੇ ਚੰਗੀ ਅਥਾਰਟੀ ਕੋਲੋਂ ਇਹ ਲਿਖਤ ਪੜ੍ਹਾ ਕੇ ਤੇ ਇਹਦੀ ਟਰਾਂਸਲੇਸ਼ਨ ਕਰਵਾਉਣ ਦਾ ਯਤਨ ਮੈਂ ਵੀ ਕਰਾਂਗਾ। ਤੇ ਤੁਸੀਂ ਵੀ ਜਿਹੜਾ ਕਿਸੇ ਨੂੰ ਜੇਕਰ ਇਸ ਤਰ੍ਹਾਂ ਦਾ ਸ਼ੌਂਕ ਹੈ ਤਾਂ ਉਹ ਇਹਦੇ ਬਾਰੇ ਜ਼ਰੂਰ ਖੋਜ ਕਰੇ ਤੇ ਉਹ ਇਸ ਗੱਲ ਦੀ ਮੇਰੇ ਨਾਲ ਵੀ ਸਾਂਝ ਪਾਵੇ, ਲੋਕਾਂ ਨਾਲ ਵੀ ਸਾਂਝ ਪਾਵੇ ਕਿ ਅਸਲੀਅਤ ਕੀ ਹੈ। ਦੇਖੋ, ਜਿੱਥੋਂ ਤੱਕ ਮੇਰਾ ਆਪਣਾ ਅੰਦਾਜ਼ਾ ਜਾਂ ਖਿਆਲ ਹੈ ਇੱਕ ਹਿਸਟੋਰੀਅਨ ਦੇ ਤੌਰ ਤੇ, ਮੈਂ ਗੁਰੂ ਨਾਨਕ ਸਾਹਿਬ ਨੂੰ ਮੈਂ ਕੱਲ੍ਹ ਵੀ ਗੱਲ ਕੀਤੀ ਸੀ, ਮੱਕੇ ਮਦੀਨੇ ਜਾਂ ਦੂਰ ਦੁਰਾਡੇ ਜਾਣਾ ਮੈਨੂੰ ਇਤਿਹਾਸਕ ਤੌਰ ਤੇ ਇਹ ਬੜਾ ਔਖਾ ਕੰਮ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਇੰਨੀ ਦੂਰ ਗਏ ਹੋਣਗੇ। ਹੁਣ ਗੱਲ ਆਉਂਦੀ ਹੈ ਕਿ ਜੇ ਉਹ ਗਏ ਨੇ, ਜਿਵੇਂ ਜਨਮ ਸਾਖੀ ਸਾਹਿਤ ਕਹਿੰਦਾ ਹੈ, ਤੇ ਉਹਦੇ ਆਧਾਰ ਤੇ ਅਹਿਮਦੀ ਮੁਸਲਮਾਨਾਂ ਨੇ ਇਹ ਲਿਖਤ ਨੂੰ ਜਿਹੜਾ ਮੈਂ ਅਜੇ ਇਹ ਸ਼ਬਦ ਨਹੀਂ ਵਰਤਾਂਗਾ ਕਿ ਉਹਨਾਂ ਨੇ ਤੋੜਿਆ ਮੋੜਿਆ, ਕਿਉਂਕਿ ਮੈਂ ਆਪ ਹੀ ਇਹਦੇ ਬਾਰੇ ਸਪਸ਼ਟ ਨਹੀਂ ਹਾਂ। ਪਰੰਤੂ ਮੈਂ ਇੱਕ ਸਵਾਲ ਅਹਿਮਦੀ ਭਰਾਵਾਂ ਨੂੰ ਕਰਾਂਗਾ ਇਹਦੇ ਬਾਰੇ ਕਿ ਜੇਕਰ ਗੁਰੂ ਨਾਨਕ ਸਾਹਿਬ ਦਾ ਕੋਈ ਵੀ ਪੀਰ ਜਾਂ ਮੁਰਸ਼ਦ ਬਗਦਾਦ ਦੇ ਵਿੱਚ ਮੁਰਾਦ ਨਾਮ ਦਾ ਬੰਦਾ ਬੈਠਾ ਸੀ, ਹੁਣ ਦੇਖੋ ਨਾ, ਉਹ ਹਿੰਦੁਸਤਾਨ ਦੇ ਵਿੱਚ ਤੋਂ ਗਏ ਨੇ ਤੇ ਉਹ ਇਰਾਕ ਦੇ ਵਿੱਚ ਹੈ, ਕਿੰਨੀ ਹਜ਼ਾਰਾਂ ਮੀਲ ਦਾ ਫਰਕ ਹੈ, ਔਰ ਉਹਨਾਂ ਦਿਨਾਂ ਦੇ ਵਿੱਚ ਇੰਨਾ ਲੰਬਾ ਪੈਂਡਾ ਕਰਕੇ ਜੇਕਰ ਗੁਰੂ ਨਾਨਕ ਸਾਹਿਬ ਉਹਦੇ ਕੋਲ ਜਾਂਦੇ ਨੇ ਤੇ ਇਹਦਾ ਮਤਲਬ ਵਾਕਈ ਉਹ ਬੜਾ ਮਹਾਨ ਕੋਈ ਸ਼ਖਸੀਅਤ ਹੋਏਗੀ, ਬੜੀ ਕੋਈ ਖਾਸ ਹਸਤੀ ਹੋਏਗੀ, ਜਿਹਦੀ ਧੁੰਮ ਜਿਹੜੀ ਹੈ ਉਸ ਵੇਲੇ ਹਿੰਦੁਸਤਾਨ ਤੱਕ ਵੀ ਸੀ। ਹਿੰਦੁਸਤਾਨ ਦਾ ਮਤਲਬ ਹੈ ਕਿ ਫਿਰ ਆਲੇ ਦੁਆਲੇ ਤਾਂ ਉਹਦੀ ਬਹੁਤ ਜ਼ਿਆਦਾ ਪ੍ਰਸਿੱਧੀ ਹੋਏਗੀ ਉਸ ਬੰਦੇ ਦੀ। ਜੇ ਉਹ ਇਸ ਤਰ੍ਹਾਂ ਸੀ ਤਾਂ ਕੀ ਅਹਿਮਦੀ ਹਜ਼ਰਾਤ ਉਸ ਮੁਰਾਦ ਦੇ ਬਾਰੇ ਸਾਨੂੰ ਕੋਈ ਹੋਰ ਚਾਨਣਾ ਪਾ ਸਕਦੇ ਨੇ? ਦੇਖੋ ਨਾ, ਉਹ ਬੜੀ ਵੱਡੀ ਇੱਕ ਹਸਤੀ ਹੈ। ਜੇ ਇਹ ਗੱਲ ਸਹੀ ਹੈ ਤਾਂ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਮੁਰਾਦ ਜਿਹੜਾ ਹੈ ਇਹ ਕਿਹੜੇ ਫਿਰਕੇ ਨਾਲ ਸੰਬੰਧਿਤ ਸੀ। ਆਇਆ ਇਹ ਸੁੰਨੀ ਸੀ, ਆਇਆ ਇਹ ਆਪਣਾ ਸ਼ੀਆ ਸੀ, ਜਾਂ ਇਹ ਕਿੱਥੋਂ ਦਾ ਜੰਮਪਲ ਸੀ, ਕਦੋਂ ਇਹਦਾ ਜਨਮ ਹੋਇਆ, ਕਦੋਂ ਇਹਦੀ ਜਿਹੜੀ ਹੈ ਉਹ ਦੇਹਾਂਤ ਹੋਇਆ, ਕੀ ਇਹਦੇ ਜੀਵਨ ਦੇ ਬਾਰੇ ਕੁਝ ਹੋਰ ਪਤਾ ਲੱਗਦਾ? ਜੇ ਇਰਾਕ ਦੇ ਵਿੱਚ ਸਾਨੂੰ ਇਸ ਬੰਦੇ ਦੇ ਨਾਂ ਵਾਲਾ, ਇਸ ਨਾਂ ਦੇ ਬੰਦਾ ਜਿਹੜਾ ਹੈ ਸਾਨੂੰ ਕਿਤੇ ਨਜ਼ਰ ਹੀ ਨਹੀਂ ਆਉਂਦਾ ਕੋਈ, ਤੁਸੀਂ ਗੂਗਲ ਦੇ ਉੱਤੇ ਮੁਰਾਦ ਪਾ ਕੇ ਵੇਖੋ ਕੀ ਤੁਹਾਨੂੰ ਕੋਈ ਰਿਜ਼ਲਟ ਮਿਲਦਾ? ਇਹ ਗੱਲ ਜਿਹੜੀ ਹੈ ਆਪਣੇ ਆਪ ਵਿੱਚ ਜਿਹੜੀ ਹੈ ਸਾਡੇ ਗੱਲ ਨੂੰ ਪ੍ਰੋੜਤਾ ਕਰੇਗੀ ਕਿ ਇਸ ਤਰ੍ਹਾਂ ਦਾ ਜਿਹੜਾ ਕੋਈ ਗੁਰੂ ਜਾਂ ਪੀਰ ਜਾਂ ਕੋਈ ਮੁਰਸ਼ਦ ਜਿਸ ਤਰ੍ਹਾਂ ਅਹਿਮਦੀਆਂ ਨੇ ਕਲਪ ਲਿਆ,
ਚਿਤਵਲਿਆ, ਇਹ ਬਿਲਕੁਲ ਝੂਠੀ ਗੱਲ ਹੈ। ਇਹ ਸਿਰਫ ਜ਼ਬਰਦਸਤੀ ਗੁਰੂ ਨਾਨਕ ਸਾਹਿਬ ਨੂੰ ਮੁਸਲਮਾਨ ਮਰਨ ਉਪਰੰਤ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਦੇਖੋ, ਇੱਕ ਹੈ ਜਿਉਂਦੇ ਜੀ ਕਿਸੇ ਨੂੰ ਮੁਸਲਮਾਨ ਬਣਾਉਣਾ, ਉਹਦਾ ਧਰਮ ਬਦਲਣਾ, ਪਰ ਗੁਰੂ ਨਾਨਕ ਸਾਹਿਬ ਨੂੰ ਉਹਨਾਂ ਦੇ ਮਤਲਬ ਦੇਹਾਂਤ ਤੋਂ ਬਾਅਦ 400 ਸਾਲ ਬਾਅਦ, 500 ਸਾਲ ਬਾਅਦ ਅੱਜ ਮਤਲਬ ਉਹਨਾਂ ਦਾ ਧਰਮ ਜ਼ਬਰਦਸਤੀ ਜਿਹੜਾ ਉਹ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਫਿਰ ਬਦਲ ਕੌਣ ਰਿਹਾ? ਇਹ ਵੇਖੋ, ਬੜੀ ਇੰਟਰਸਟਿੰਗ ਆ। ਬਦਲ ਕੌਣ ਰਿਹਾ? ਅਹਿਮਦੀ। ਅਹਿਮਦੀ ਕੌਣ ਨੇ? ਇਹ ਉਹ ਮੁਸਲਮਾਨ ਨੇ, ਵੈਸੇ ਤਾਂ ਮੁਸਲਿਮ ਜਗਤ ਇਹਨਾਂ ਨੂੰ ਮੁਸਲਮਾਨ ਹੀ ਨਹੀਂ ਮੰਨਦਾ, ਹੈ ਨਾ। ਅਤੇ ਜੇ ਮੁਸਲਮਾਨ, ਇਹ ਉਹ ਮੁਸਲਮਾਨ ਨੇ, ਇਹ ਉਹ ਫਿਰਕਾ ਮੁਸਲਮਾਨਾਂ ਦਾ ਜਿਹਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪੈਂਦਾ ਕਿ ਅਸੀਂ ਮੁਸਲਮਾਨ ਹਾਂ। ਜਿਨ੍ਹਾਂ ਨੂੰ ਆਪ ਪ੍ਰੂਵ ਕਰਨਾ ਪੈ ਰਿਹਾ ਦੁਨੀਆ ਦੇ ਵਿੱਚ ਕਿ ਵੀ ਆਰ ਮੁਸਲਿਮ, ਉਹ ਦੂਜਿਆਂ ਨੂੰ ਜਿਹੜਾ ਮੁਸਲਮਾਨ ਹੋਣ ਦੇ ਸਰਟੀਫਿਕੇਟ ਵੰਡ ਰਹੇ ਨੇ। ਇੱਕ ਫੱਕੀ ਹੈ ਨਾ, ਫੱਕੀ। ਤਾਂ ਇਹ ਜਿਹੜੀ ਗੱਲ ਹੈ, ਇਹ ਬਿਲਕੁਲ ਆਪਣੇ ਆਪ 'ਚ ਜਿਹੜੀ ਹੈ ਬੇਬੁਨਿਆਦ ਹੈ, ਕਿਉਂਕਿ ਅਸੀਂ ਮੁਰਾਦ ਨਾਂ ਦੇ ਕਿਸੇ ਵੀ ਇਤਿਹਾਸਕ ਬੰਦੇ ਨੂੰ, ਵਿਅਕਤੀ ਨੂੰ, ਹਸਤੀ ਨੂੰ ਨਹੀਂ ਜਾਣਦੇ। ਇਸ ਤਰ੍ਹਾਂ ਦੀ ਕੋਈ ਹਸਤੀ ਜਿਹੜੀ ਹੈ ਇਤਿਹਾਸਕ ਤੌਰ 'ਤੇ ਸਾਡੇ ਸਾਹਮਣੇ ਨਹੀਂ ਆਉਂਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਗੁਰੂ ਉਹਨੂੰ ਮੰਨ ਲੈਣਾ, ਇਹ ਬਿਲਕੁਲ ਜਿਹੜੀ ਹੈ ਬੇਬੁਨਿਆਦ ਗੱਲ ਸਿੱਧ ਹੋਵੇਗੀ। ਹੁਣ ਅਸੀਂ ਆਉਂਦੇ ਹਾਂ ਕਿ ਹੋਰ ਕਿਹੜੇ ਉਹ ਨੁਕਤੇ ਨੇ ਜਿਹੜੇ ਉਹਨਾਂ ਨੇ ਪੇਸ਼ ਕੀਤੇ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਮੁਸਲਮਾਨ ਸਿੱਧ ਕਰਨ ਲਈ। ਉਹਨਾਂ ਤੋਂ ਜਿਹੜਾ ਅਗਲਾ ਨੁਕਤਾ ਹੈ ਉਹ ਹੈ ਕਿ ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜਿਹੜੇ ਨੇ ਮੱਕੇ ਗਏ ਸਨ, ਅਤੇ ਮੱਕੇ ਕਾਬੇ ਜਿਹੜਾ ਹੈ ਕੋਈ ਗੈਰ ਮੁਸਲਿਮ ਜਿਹੜਾ ਹੈ ਉਹ ਨਹੀਂ ਜਾ ਸਕਦਾ। ਅਤੇ ਜੇ ਗੁਰੂ ਨਾਨਕ ਸਾਹਿਬ ਗਏ ਨੇ ਅਤੇ ਇਹਦਾ ਮਤਲਬ ਉਹ ਇੱਕ ਮੁਸਲਮਾਨ ਸਨ। ਹੁਣ ਜਨਮ ਸਾਖੀ ਸਾਹਿਤ ਅਤੇ ਭਾਈ ਗੁਰਦਾਸ ਅਤੇ ਹੋਰ ਸਿੱਖ ਸਰੋਤ ਜਿਹੜੇ ਨੇ ਉਹ ਇਹ ਗੱਲ ਮੰਨਦੇ ਨੇ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ ਨੇ। ਮੈਂ ਕੱਲ੍ਹ ਵੀ ਪਿਛਲੀ ਵੀਡੀਓ ਦੇ ਵਿੱਚ ਇਹ ਗੱਲ ਦੱਸੀ ਸੀ ਕਿ LDP 194 ਜਨਮ ਸਾਖੀ ਜਿਹੜੀ ਸਭ ਤੋਂ ਪੁਰਾਣੀ ਜਨਮ ਸਾਖੀ ਹੈ, ਉਹਦੇ ਵਿੱਚ ਮੱਕੇ ਜਾਣਾ ਨਹੀਂ ਮਿਲਦਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਬਾਅਦ ਵਾਲੀਆਂ ਜਨਮ ਸਾਖੀਆਂ ਦੇ ਵਿੱਚ ਲਿਖਿਆ ਹੈ ਅਤੇ ਉਹ ਗੱਲ ਸਹੀ ਹੈ, ਤਾਂ ਤੁਹਾਨੂੰ ਫਿਰ ਸਿੱਖ ਸਰੋਤਾਂ ਦੀ ਉਹ ਗੱਲ ਵੀ ਮੰਨਣੀ ਪਏਗੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੱਕਾ ਘੁੰਮ ਗਿਆ ਸੀ, ਇਸ ਤਰ੍ਹਾਂ ਘੁੰਮ ਗਿਆ ਸੀ ਮੱਕਾ। ਅਤੇ ਜੇ ਤੁਸੀਂ ਇਹ ਗੱਲ ਨਹੀਂ ਮੰਨਣ ਲਈ ਤਿਆਰ, ਤਾਂ ਫਿਰ ਤੁਹਾਨੂੰ ਇਸ ਗੱਲ ਦੇ ਉੱਤੇ ਮੇਰੇ ਖਿਆਲ 'ਚ ਕਾਟਾ ਮਾਰ ਦੇਣਾ ਚਾਹੀਦਾ ਕਿ ਗੁਰੂ ਨਾਨਕ ਸਾਹਿਬ ਮੱਕੇ ਗਏ ਸਨ। ਅਤੇ ਜੇ ਉਹ ਮੱਕੇ ਨਹੀਂ ਗਏ, ਫਿਰ ਤੁਹਾਡੀ ਹੱਜ ਕਰਨ ਵਾਲੀ ਗੱਲ ਵੀ ਖਤਮ ਹੋ ਗਈ। ਅਤੇ ਜੇ ਤੁਸੀਂ ਹੱਜ ਕਰਨ ਵਾਲੀ ਗੱਲ ਮੰਨੋਗੇ ਤਾਂ ਫਿਰ ਤੁਹਾਨੂੰ ਡੈਫੀਨੇਟਲੀ ਬਾਲੇ ਜਨਮ ਸਾਖੀ ਦੀ ਉਹ ਗੱਲ ਮੰਨਣੀ ਪਏਗੀ ਕਿ ਗੁਰੂ ਨਾਨਕ ਸਾਹਿਬ ਦੇ ਪੈਰਾਂ ਪਿੱਛੇ ਮੱਕਾ ਅਤੇ ਕਾਬਾ ਜਿਹੜਾ ਹੈ ਉਹ ਘੁੰਮਦੇ ਸਨ। ਕੀ ਮਤਲਬ ਹੋਇਆ ਇਹਦਾ? ਇਹ ਡੈਰੋਗੇਟਰੀ ਸ਼ਬਦ ਨੇ, ਤੁਹਾਨੂੰ ਇਹ ਵਾਰਾ ਨਹੀਂ ਖਾਣੇ ਕਿ ਕਾਬਾ ਗੁਰੂ ਨਾਨਕ ਸਾਹਿਬ ਦੇ ਪੈਰਾਂ 'ਚ ਹੈ। ਇਹਦਾ ਮਤਲਬ ਇਨਡਾਇਰੈਕਟ ਇਹ ਹੈ, ਜੋ ਕਿ ਕੋਈ ਵੀ ਮੁਸਲਮਾਨ ਬਰਦਾਸ਼ਤ ਨਹੀਂ ਕਰੇਗਾ। ਤਾਂ ਇਹ ਸਾਖੀ ਤੁਹਾਡੇ ਹੀ ਅਗੇਂਸਟ ਜਾਂਦੀ ਹੈ, ਇਸਲਾਮ ਦੇ ਹੀ ਅਗੇਂਸਟ ਜਾਂਦੀ ਹੈ। ਇਸ ਕਰਕੇ ਇਸ ਸਾਖੀ ਦਾ ਸਹਾਰਾ ਲੈ ਕੇ ਜੇ ਗੁਰੂ ਨਾਨਕ ਨੂੰ ਤੁਸੀਂ ਮੁਸਲਮਾਨ ਸਿੱਧ ਕਰੋਗੇ ਤਾਂ ਤੁਹਾਡੇ ਵਾਸਤੇ ਪ੍ਰੋਬਲਮ ਕ੍ਰੀਏਟ ਹੋਏਗੀ। ਅੱਜ ਦੀ ਇਹ ਵੀਡੀਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਇਸ ਲੜੀ ਦੀ ਜਿਹੜੀ ਅਗਲੀ ਵੀਡੀਓ ਹੈ ਉਹ ਜ਼ਰੂਰ ਵੇਖਣਾ, ਉਹਦਾ ਇੰਤਜ਼ਾਰ ਕਰੋ। ਅਤੇ ਆਖਰੀ ਬੇਨਤੀ ਇਹ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰੋ। ਇਹ ਚੈਨਲ ਆਪਣੀ ਤਰ੍ਹਾਂ ਦਾ ਇੱਕੋ ਇੱਕ ਚੈਨਲ ਹੈ ਜਿਹੜਾ ਕੰਪੈਰੇਟਿਵ ਰਿਲੀਜਨ ਦੀ ਗੱਲ ਕਰਦਾ, ਜਿਹੜਾ ਫਿਲਾਸਫੀਕਲ ਇਸ਼ੂਜ਼ ਦੇ ਉੱਤੇ ਤੁਹਾਡੇ ਨਾਲ ਪੰਜਾਬੀ ਦੇ ਵਿੱਚ ਸਾਂਝ ਪਾਉਂਦਾ ਹੈ। ਧੰਨਵਾਦ।